900 ਤੋਂ ਉੱਪਰ ਕੰਪਨੀਆਂ ਨੇ ਆਪਣੇ ਪਲੇਸਮੈਂਟ ਡਰਾਈਵਸ ਕੰਡਕਟ ਕੀਤੇ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਬੱਚਿਆਂ ਦੇ ਲਈ ਤੇ 9500 ਤੋਂ ਉੱਪਰ ਪਲੇਸਮੈਂਟ ਆਫਰਸ ਆਲਰੇਡੀ ਰੋਲ ਹੋ ਚੁੱਕੇ ਹੈ ਐਂਡ ਬਾय ਦ ਟਾਈਮ ਅਸੀਂ ਆਪਣਾ ਪਲੇਸਮੈਂਟ ਸੀਜ਼ਨ ਐਂਡ ਕਰਾਂਗੇ ਆਈ ਐਮ ਸ਼ੋਰ ਇਹ 10000 ਤੋਂ ਉੱਪਰ ਪਲੇਸਮੈਂਟ ਆਫਰਸ ਬੱਚਿਆਂ ਨੂੰ ਮਿਲ ਜਾਣਗੇ। ਗੂਗਲ, ਡਿਲੋਇਟ, ਡੈਲ, ਸੈਪ, ਵਿਪਰੋ, ਕੋਗਨੀਜ਼ੈਂਟ, TCS, ਇਨਫੋਸਿਸ, ਲੀਡਿੰਗ ਬੈਂਕਸ ਤੇ ਇਹ ਸਾਰੇ MNCs ਜਿਹੜੇ ਹੈਗੇ ਆ ਪਲੱਸ ਇੰਡੀਅਨ ਮਲਟੀਨੈਸ਼ਨਲਸ ਜਿੱਦਾਂ ਵਿਪਰੋ, ਕੋਗਨੀਜ਼ੈਂਟ, ਇਹ ਸਾਰਿਆਂ ਦੇ ਰਿਕਰੂਟਮੈਂਟਸ ਹੋਏ ਆ ਸਾਡੇ ਬੱਚਿਆਂ ਵਾਸਤੇ। ਚੰਡੀਗੜ੍ਹ ਯੂਨੀਵਰਸਿਟੀ 'ਚ ਐਡਮਿਸ਼ਨ ਹੁੰਦੀ ਹੈ, ਅਸੀਂ ਰਾਈਟ ਫਰੋਮ ਫਸਟ ਈਅਰ ਉਹਦੇ ਕਰੀਅਰ ਓਰੀਐਂਟੇਸ਼ਨ ਦੇ ਐਕਟੀਵਿਟੀ ਸਟਾਰਟ ਕਰ ਲੈਂਦੇ, ਬੱਚਿਆਂ ਨੂੰ ਇੰਗੇਜ ਕਰਦੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਸ਼ਨਸ ਦੱਸਦੇ ਆ ਕਿ ਕਿਹੜੇ ਕਿਹੜੇ ਕਰੀਅਰ ਆਪਸ਼ਨਸ ਹੈਗੇ ਆ। ਇੰਡਸਟਰੀ ਨਾਲ ਇੱਕ ਬਹੁਤ ਸਟਰੋਂਗ ਕਨੈਕਟ ਹੈਗਾ, ਉਹਦੇ ਨਾਲ ਅਸੀਂ ਜੋ ਟੈਕਨੋਲੋਜੀਕਲ ਚੇਂਜਸ ਹੁੰਦੀ ਹੈ ਇੰਡਸਟਰੀ 'ਚ ਉਹ ਉਹਨਾਂ ਤੋਂ ਫੀਡਬੈਕ ਲੈਂਦੇ ਆ, ਉਹਨਾਂ ਦੇ ਐਕਸਪਰਟਸ ਨੂੰ ਕਾਲਜ 'ਚ ਬੁਲਾਉਂਦੇ ਆ, ਯੂਨੀਵਰਸਿਟੀ 'ਚ ਬੁਲਾਉਂਦੇ ਆ, ਬੱਚਿਆਂ ਨਾਲ ਉਹਨਾਂ ਦਾ ਇੰਟਰੈਕਸ਼ਨ ਕਰਾਉਂਦੇ ਆ, ਸਾਡੇ ਜਿਹੜੇ ਫੈਕਲਟੀਜ਼ ਹੈਗੇ ਆ, ਸੀਨੀਅਰ ਮੈਨੇਜਮੈਂਟ ਹੈ, ਉਹਨਾਂ ਦੇ ਨਾਲ ਇੰਟਰੈਕਸ਼ਨ ਕਰਾ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਆਪਣੇ ਕਰਿਕੂਲਮ ਦੀ ਡਿਜ਼ਾਈਨ ਉਸ ਹਿਸਾਬ ਨਾਲ ਐਂਡ ਬੱਚਿਆਂ ਦੀ ਪ੍ਰੈਪਰੇਸ਼ਨ ਉਸ ਅਕੋਰਡਿੰਗਲੀ ਅਸੀਂ ਕਰਾਉਂਦੇ ਹੈਗੇ। ਜੋ ਐਪਟੀਟਿਊਡ, ਸੌਫਟ ਸਕਿੱਲਸ, ਕਮਿਊਨੀਕੇਸ਼ਨ ਸਕਿੱਲਸ, ਪਰਸਨੈਲਿਟੀ ਡਿਵੈਲਪਮੈਂਟ ਐਂਡ ਜਿਹੜੀ ਲੇਟੈਸਟ ਟੈਕਨੋਲੋਜੀ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਸਾਰੀ ਚੀਜ਼ਾਂ ਅਸੀਂ ਬੱਚਿਆਂ ਨੂੰ ਕਰਾਉਂਦੇ ਹਾਂ। ਅਲੋਂਗ ਵਿਦ ਦਿਸ ਬੱਚਿਆਂ ਨੂੰ ਉਹਨਾਂ ਕੰਪਨੀਜ਼ 'ਚ ਲੈ ਕੇ ਜਾਂਦੇ ਹਾਂ, ਇੰਡਸਟਰੀਅਲ ਵਿਜ਼ਿਟਸ ਕਰਾਉਂਦੇ ਹੈਗੇ ਆ, ਇੰਟਰਨਸ਼ਿਪਸ। ਪਿਛਲੇ ਸਾਲ 2000 ਤੋਂ ਉੱਪਰ ਬੱਚਾ ਇੰਡਸਟਰੀਅਲ ਇੰਟਰਨਸ਼ਿਪਸ 'ਚ ਗਿਆ ਜਿਹਦੇ 'ਚ ਉਹਨਾਂ ਦੇ ਜਿਹੜੇ ਮੰਥਲੀ ਸਟਾਈਪੈਂਡਸ 10,000 ਤੋਂ ਸ਼ੁਰੂ ਹੋ ਕੇ 90,000 ਤੱਕ ਉਹਨਾਂ ਦੇ ਮੰਥਲੀ ਸਟਾਈਪੈਂਡਸ ਰਹੇ ਹੈਗੇ ਆ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਹਰ ਇੱਕ ਬੱਚਾ ਸਟੱਡੀ ਕਰਦਾ ਹੈ ਤੇ ਸਟੱਡੀ ਤੋਂ ਬਾਅਦ ਉਸ ਨੂੰ ਸਭ ਤੋਂ ਪਹਿਲਾਂ ਜੇ ਕੋਈ ਟੈਨਸ਼ਨ ਹੁੰਦੀ ਹੈ ਤਾਂ ਉਸ ਨੂੰ ਜੌਬ ਦੀ ਟੈਨਸ਼ਨ ਹੁੰਦੀ ਹੈ ਕਿ ਕਿਹੜੀ ਯੂਨੀਵਰਸਿਟੀ ਜਾਂ ਕਿਹੜੇ ਕਾਲਜ ਦੇ ਵਿੱਚ ਜਾਵੇ ਜਿੱਥੇ ਸਟੱਡੀ ਕਰੇ, ਜਿੱਥੇ ਸਟੱਡੀ ਕਰਨ ਤੋਂ ਬਾਅਦ ਉਸ ਨੂੰ ਸਭ ਤੋਂ ਪਹਿਲਾਂ ਜੌਬ ਮਿਲ ਜਾਏ। ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਪਲੇਸਮੈਂਟ ਦੀ ਗਰੰਟੀ ਦਿੱਤੀ ਜਾਂਦੀ ਹੈ ਕਿ ਅੱਜ ਪਲੇਸਮੈਂਟ ਨੂੰ ਲੈ ਕੇ ਹੀ ਬੱਚਿਆਂ ਦੀ ਪਲੇਸਮੈਂਟਸ ਨੂੰ ਲੈ ਕੇ ਜੋ ਚਾਹੇ ਵੱਡੀਆਂ ਕੰਪਨੀਆਂ ਨੇ ਉਸ ਦੇ ਵਿੱਚ ਜੋ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਜੌਬਸ ਕਰ ਰਹੇ ਨੇ। ਤਾਂ ਪਲੇਸਮੈਂਟਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਾਰਪੋਰੇਟ ਰਿਸੋਰਸ ਸੈਂਟਰ ਦੇ ਡਾਇਰੈਕਟਰ ਨੇ ਨਵਨੀਤ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਵਾਗਤ ਹੈ। ਥੈਂਕ ਯੂ ਸੋ ਮਚ। ਸਰ, ਜਦੋਂ ਇੱਕ ਸਮਾਂ ਸੀ ਕੋਵਿਡ ਦਾ, ਜਦੋਂ ਲੋਕੀ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਸਨ, ਤਾਂ ਉਸ ਸਮੇਂ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਜੋ ਹੈ ਆਪਣੇ ਬੱਚਿਆਂ ਨੂੰ ਉਸ ਟਾਈਮ ਪੀਰੀਅਡ ਦੇ ਵਿੱਚ ਵੀ ਪਲੇਸਮੈਂਟਸ ਦਿੱਤੀਆਂ ਜਾ ਰਹੀਆਂ ਸਨ। ਇਸ ਬਾਰੇ ਥੋੜ੍ਹਾ ਜਿਹਾ ਚਾਨਣਾ। ਬਹੁਤ ਹੀ ਬੁਰਾ ਸਮਾਂ ਸੀਗਾ ਕੋਵਿਡ ਦਾ, ਪਰ ਸਮਾਂ ਦੇ ਨਾਲ ਜਿਹੋ ਜਿਹਾ ਵੀ ਹੋਏ ਅਸੀਂ ਨਾਲ ਦੇ ਨਾਲ ਚੇਂਜ ਕਰਨਾ ਹੈ, ਉਸ ਚੇਂਜ ਨੂੰ ਫੇਸ ਕਰਨਾ ਹੈਗਾ, ਸਾਰੇ ਚੈਲੰਜਸ ਨੂੰ ਫੇਸ ਕਰਨਾ ਹੋਏਗਾ। ਚੰਡੀਗੜ੍ਹ ਯੂਨੀਵਰਸਿਟੀ ਨੇ ਜਦੋਂ ਕੋਵਿਡ ਦਾ ਪੈਂਡੇਮਿਕ ਆਇਆ ਸੀਗਾ, ਵਿਦਿਨ 1 ਵੀਕ ਟੂ 10 ਡੇਜ਼ ਆਪਣੇ ਸਿਸਟਮਸ ਨੂੰ ਸਾਰੇ ਆਨਲਾਈਨ ਕਰਕੇ ਸਾਰੇ ਸਟੂਡੈਂਟਸ ਦੇ ਨਾਲ, ਫੈਕਲਟੀਜ਼ ਦੇ ਨਾਲ ਤੇ ਸਾਰੇ ਟ੍ਰੇਨਰਸ ਦੇ ਨਾਲ ਅਸੀਂ ਇੱਕ ਸਟਰੋਂਗ ਨੈਟਵਰਕ ਕਨੈਕਟ ਕਰਕੇ ਇਸਟੈਬਲਿਸ਼ ਕਰ ਲਿਆ ਸੀਗਾ। ਪੈਰਲਲੀ ਅਸੀਂ ਜਿਹੜੀ ਕੰਪਨੀਜ਼ ਸੀਗੇ, ਬਿਕੋਜ਼ ਮੈਕਸਿਮਮ ਕੰਪਨੀਜ਼ ਜਿਹੜੀ ਹੈ ਉਸ ਟਾਈਮ 'ਚ ਆਨਲਾਈਨ ਮੋਡ, ਵਰਚੁਅਲ ਮੋਡ 'ਚ ਸ਼ਿਫਟ ਹੋ ਗਈ ਸੀ ਤੇ ਆਪਣੇ ਇੰਟਰਵਿਊਜ਼ ਜਾਂ ਪਲੇਸਮੈਂਟ ਪ੍ਰੋਸੈਸਿਸ ਕਰਾਉਂਦੇ ਰਹੇ ਸੀਗੇ। ਅਸੀਂ ਬਹੁਤ ਇਸ ਚੈਲੰਜ ਨੂੰ ਇੱਕ ਅਪੋਰਚੁਨਿਟੀ ਦੇ ਤੌਰ 'ਤੇ ਲੈ ਕੇ ਮੈਕਸਿਮਮ ਕੰਪਨੀਜ਼ ਨਾਲ ਕਨੈਕਟ ਕੀਤਾ ਤੇ ਉਹਨਾਂ ਦੇ ਪਲੇਸਮੈਂਟ ਪ੍ਰੋਸੈਸਿਸ ਆਪਣੇ ਕਰਾਏ ਆ। ਈਅਰ ਆਫਟਰ ਈਅਰ 2020 ਦੀ ਗੱਲ ਕਰੀਏ ਜਾਂ 21 ਦੀ ਗੱਲ ਕਰੀਏ ਜਾਂ 2022 ਪਾਸ ਆਊਟ ਦੀ ਗੱਲ ਕਰੀਏ, ਇਹ 2-3 ਸਾਲਾਂ ਦੇ ਜਿਹੜੇ ਬੈਚ ਸਟੂਡੈਂਟਸ ਪਾਸ ਆਊਟ ਹੋਏ ਆ, ਈਅਰ ਔਨ ਈਅਰ ਸਾਡੇ 25 ਤੋਂ 30%, 30 ਤੋਂ 35% ਦੀ ਪਲੇਸਮੈਂਟਸ ਦੀ ਗਰੋਥ ਹੋਈ ਹੈ। ਜੇ ਮੈਂ 22 ਬੈਚ ਪਾਸ ਆਊਟ ਦੀ ਗੱਲ ਕਰਾਂ ਤੇ 900 ਤੋਂ ਉੱਪਰ ਕੰਪਨੀਆਂ ਨੇ ਆਪਣੇ ਪਲੇਸਮੈਂਟ ਡਰਾਈਵਸ ਕੰਡਕਟ ਕੀਤੇ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਬੱਚਿਆਂ ਦੇ ਲਈ ਤੇ 9500 ਤੋਂ ਉੱਪਰ ਪਲੇਸਮੈਂਟ ਆਫਰਸ ਆਲਰੇਡੀ ਰੋਲ ਹੋ ਚੁੱਕੇ ਹੈ ਐਂਡ ਬਾय ਦ ਟਾਈਮ ਅਸੀਂ ਆਪਣਾ ਪਲੇਸਮੈਂਟ ਸੀਜ਼ਨ ਐਂਡ ਕਰਾਂਗੇ ਆਈ ਐਮ ਸ਼ੋਰ ਇਹ 10,000 ਤੋਂ ਉੱਪਰ ਪਲੇਸਮੈਂਟ ਆਫਰਸ ਬੱਚਿਆਂ ਨੂੰ ਮਿਲ ਜਾਣਗੇ। ਬਿਲਕੁਲ ਸਰ, ਜਿਹੜੀ ਤੁਸੀਂ ਕੰਪਨੀਜ਼ ਦੀ ਗੱਲ ਕਰ ਰਹੇ ਹੋ, ਕੀ ਇਹ ਕੰਪਨੀਜ਼ ਦੇ ਵਿੱਚ ਮਲਟੀਨੈਸ਼ਨਲ ਕੰਪਨੀਜ਼ ਜਾਂ ਨੈਸ਼ਨਲ ਕੰਪਨੀਜ਼ ਵੀ ਸ਼ਾਮਿਲ? ਫੋਰਚੂਨ 500 ਕੰਪਨੀਜ਼, ਮੋਰ ਦੈਨ, ਜੇ ਆਪਾਂ ਫੋਰਚੂਨ 500 ਕੰਪਨੀਜ਼ ਦੀ ਗੱਲ ਕਰੀਏ, ਮੋਰ ਦੈਨ ਇਹ ਸਾਡੀ ਜਿਹੜੀ ਲਿਸਟ ਹੈ 300 ਤੋਂ ਜ਼ਿਆਦਾ ਕੰਪਨੀਜ਼ ਫੋਰਚੂਨ 500 ਕੰਪਨੀਜ਼ ਹੈ। ਇਹ ਤੁਸੀਂ ਯੂ ਕੈਨ ਟੇਕ ਅ ਨੇਮ
ਯੂ ਕੈਨ ਟੇਕ ਮਤਲਬ ਜਿਹੜੇ ਹੂਜ਼ ਹੂ ਆਫ ਦ ਇੰਟਰਨੈਸ਼ਨਲ ਇੰਡਸਟਰੀ ਜੇ ਆਪਾਂ ਗੱਲ ਕਰੀਏ, ਮਾਈਕਰੋਸਾਫਟ, ਗੂਗਲ, ਡਿਲੋਇਟ, ਡੈਲ, ਸੈਪ, ਵਿਪਰੋ, ਕੋਗਨੀਜ਼ੈਂਟ, TCS, ਇਨਫੋਸਿਸ, ਲੀਡਿੰਗ ਬੈਂਕਸ, ਤੇ ਇਹ ਸਾਰੇ MNCs ਜਿਹੜੇ ਹੈਗੇ ਆ, ਪਲੱਸ ਇੰਡੀਅਨ ਮਲਟੀਨੈਸ਼ਨਲਸ ਜਿੱਦਾਂ ਵਿਪਰੋ, ਕੋਗਨੀਜ਼ੈਂਟ, ਇਹ ਸਾਰਿਆਂ ਦੇ ਰਿਕਰੂਟਮੈਂਟਸ ਹੋਏ ਆ ਸਾਡੇ ਬੱਚਿਆਂ ਵਾਸਤੇ। ਬਿਲਕੁਲ ਸਰ, ਕਿਸੇ ਕਾਲਜ ਲਈ, ਕਿਸੇ ਯੂਨੀਵਰਸਿਟੀ ਦੇ ਲਈ ਸਭ ਤੋਂ ਵੱਡਾ ਚੈਲੰਜ ਪਲੇਸਮੈਂਟ ਦੇ ਲਈ ਬੱਚੇ ਨੂੰ ਪ੍ਰਪੇਅਰ ਕਰਨਾ ਹੁੰਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਨੂੰ ਪਲੇਸਮੈਂਟਸ ਦੇ ਲਈ ਪ੍ਰਪੇਅਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਮੋਸਟਲੀ ਬੱਚੇ ਇਹੀ ਚਾਹੁੰਦੇ ਨੇ ਵੀ ਸਾਨੂੰ ਇਸ ਤਰ੍ਹਾਂ ਦਾ ਕਾਲਜ ਮਿਲੇ ਜਾਂ ਯੂਨੀਵਰਸਿਟੀ ਮਿਲੇ ਜਿਸ ਦੇ ਵਿੱਚ ਅਸੀਂ ਪ੍ਰੋਪਰ ਨਿਖਰ ਜਾਈਏ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਕਹਿੰਦੇ ਆ ਕਿ ਸਕਸੈਸ ਹੈਪਨਸ ਵੈਨ ਅਪੋਰਚੁਨਿਟੀ ਮੀਟਸ ਪ੍ਰੈਪਰੇਸ਼ਨ। ਕਾਮਯਾਬੀ ਤਾਂ ਮਿਲੂਗੀ ਜਦੋਂ ਤੋਂ ਤੁਹਾਡੀ ਤਿਆਰੀਆਂ ਦੇ ਸਾਹਮਣੇ ਮੌਕੇ ਮਿਲਣਗੇ ਤੁਹਾਨੂੰ। ਪਲੇਸਮੈਂਟ ਚੰਡੀਗੜ੍ਹ ਯੂਨੀਵਰਸਿਟੀ 'ਚ ਸਿਰਫ ਇੱਕ ਡਿਪਾਰਟਮੈਂਟ ਦਾ ਨਾਂ ਨਹੀਂ ਹੈ, ਇਹ ਇੱਕ ਪੂਰੀ ਦੀ ਪੂਰੀ ਵਿਵਸਥਾ ਹੈਗੀ, ਇੱਕ ਪੂਰੀ ਦੀ ਪੂਰਾ ਇੱਕ ਈਕੋਸਿਸਟਮ ਹੈਗਾ। ਜਦੋਂ ਬੱਚਾ ਚੰਡੀਗੜ੍ਹ ਯੂਨੀਵਰਸਿਟੀ 'ਚ ਐਡਮਿਸ਼ਨ ਹੁੰਦੀ ਹੈ, ਅਸੀਂ ਰਾਈਟ ਫਰੋਮ ਫਸਟ ਈਅਰ ਉਹਦੇ ਕਰੀਅਰ ਓਰੀਐਂਟੇਸ਼ਨ ਦੇ ਐਕਟੀਵਿਟੀ ਸਟਾਰਟ ਕਰ ਲੈਂਦੇ, ਬੱਚਿਆਂ ਨੂੰ ਇੰਗੇਜ ਕਰਦੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਸ਼ਨਸ ਦੱਸਦੇ ਆ ਕਿ ਕਿਹੜੇ ਕਰੀਅਰ ਆਪਸ਼ਨਸ ਹੈਗੇ ਆ। ਸਾਡਾ ਇੱਕ ਡਿਪਾਰਟਮੈਂਟ ਆਫ ਕਰੀਅਰ ਪਲੈਨਿੰਗ ਐਂਡ ਡਿਵੈਲਪਮੈਂਟ ਹੈਗਾ, DCPD ਡਿਪਾਰਟਮੈਂਟ ਕਹਿੰਦੇ ਆ। ਇਹਨਾਂ ਦੇ ਇਸ ਡਿਪਾਰਟਮੈਂਟ ਬੱਚਿਆਂ ਨਾਲ ਇੰਗੇਜ ਕਰਦੇ ਆ, ਉਹਨਾਂ ਨੂੰ ਦੱਸਦੇ ਆ ਕਿ ਅੱਗੇ ਜਾ ਕੇ ਤੁਹਾਡੇ ਇੰਟਰਸਟ ਦੇ ਹਿਸਾਬ ਨਾਲ ਤੁਸੀਂ ਐਂਟਰਪ੍ਰੈਨਿਓਰਸ਼ਿਪ 'ਚ ਜਾ ਸਕਦੇ ਹੋ, ਆਪਣੇ ਸਟਾਰਟਅਪ ਸਟਾਰਟ ਕਰ ਸਕਦੇ ਹੋ, ਵੈਂਚਰਸ ਆਪਣੇ ਸਟਾਰਟ ਕਰ ਸਕਦੇ ਹੋ। ਅੱਗੇ ਹਾਇਰ ਸਟੱਡੀਜ਼ ਦੇ ਆਪਸ਼ਨਸ ਜਿਹੜੇ ਹੈ ਇੰਟਰਨੈਸ਼ਨਲੀ ਐਂਡ ਨੈਸ਼ਨਲੀ, ਕਿਹੜੇ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈ ਕਿ ਬੱਚਾ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰੇ, ਡਾਕਟਰੇਟ ਕਰੇ। ਕਈਆਂ ਦੇ ਇੰਟਰਸਟ ਇੱਦਾਂ ਦੇ ਹੁੰਦੇ ਆ। ਕਈ ਬੱਚੇ ਹੁੰਦੇ ਆ ਜਿਹੜੇ ਗਵਰਨਮੈਂਟ ਸਰਵਿਸਿਜ਼, ਪਬਲਿਕ ਸਰਵਿਸਿਜ਼ 'ਚ ਜਾਂਦੇ ਹੈਗੇ ਆ, ਸਿਵਲ ਸਰਵਿਸਿਜ਼ 'ਚ ਜਾਣਾ ਚਾਹੁੰਦੇ ਹੈਗੇ ਆ, ਡਿਫੈਂਸ ਸਰਵਿਸਿਜ਼ 'ਚ ਜਾਣਾ ਚਾਹੁੰਦੇ ਆ। ਉਹਦੇ ਹਿਸਾਬ ਨਾਲ ਉਹਦੀ ਅਲੱਗ ਤੋਂ ਤਿਆਰੀ ਹੁੰਦੀ ਹੈ। ਐਂਡ ਜਿਸ ਹਿਸਾਬ ਨਾਲ ਸੁਸਾਇਟੀ 'ਚ ਸਾਡੀ ਜਾਂ ਕਾਰਪੋਰੇਟ 'ਚ ਜੋ ਸਾਡੀ ਰੈਪੂਟੇਸ਼ਨ ਹੈ, ਮੈਕਸਿਮਮ ਬੱਚਾ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ 'ਚ ਆਉਂਦਾ ਹੈ ਉਹਦੇ ਦਿਮਾਗ 'ਚ ਪਲੇਸਮੈਂਟਸ ਹੁੰਦੀਆਂ। ਅਤੇ ਪਲੇਸਮੈਂਟਸ ਦੀ ਜਿਹੜੀ ਰਿਕੁਆਇਰਮੈਂਟ ਹੈ, ਇੰਡਸਟਰੀ ਦੀ ਜਿਹੜੀ ਰਿਕੁਆਇਰਮੈਂਟ ਹੈ, ਸਾਡਾ ਇੰਡਸਟਰੀ ਨਾਲ ਇੱਕ ਬਹੁਤ ਸਟਰੋਂਗ ਕਨੈਕਟ ਹੈਗਾ। ਉਹਦੇ ਨਾਲ ਅਸੀਂ ਜੋ ਟੈਕਨੋਲੋਜੀਕਲ ਚੇਂਜਸ ਹੁੰਦੀਆਂ ਇੰਡਸਟਰੀ 'ਚ, ਉਹ ਉਹਨਾਂ ਤੋਂ ਫੀਡਬੈਕ ਲੈਂਦੇ ਹਾਂ, ਉਹਨਾਂ ਦੇ ਐਕਸਪਰਟਸ ਨੂੰ ਕਾਲਜ 'ਚ ਬੁਲਾਉਂਦੇ ਆ, ਯੂਨੀਵਰਸਿਟੀ 'ਚ ਬੁਲਾਉਂਦੇ ਆ, ਬੱਚਿਆਂ ਨਾਲ ਉਹਨਾਂ ਦਾ ਇੰਟਰੈਕਸ਼ਨ ਕਰਾਉਂਦੇ ਆ। ਸਾਡੇ ਜਿਹੜੇ ਫੈਕਲਟੀਜ਼ ਹੈਗੇ ਆ, ਸੀਨੀਅਰ ਮੈਨੇਜਮੈਂਟ ਹੈ, ਉਹਨਾਂ ਦੇ ਨਾਲ ਇੰਟਰੈਕਸ਼ਨ ਕਰਾ ਕੇ, ਉਹਨਾਂ ਤੋਂ ਫੀਡਬੈਕ ਲੈ ਕੇ ਆਪਣੇ ਕਰਿਕੂਲਮ ਦੀ ਡਿਜ਼ਾਈਨ ਉਸ ਹਿਸਾਬ ਨਾਲ ਐਂਡ ਬੱਚਿਆਂ ਦੀ ਪ੍ਰਿਪਰੇਸ਼ਨ ਉਸ ਅਕੋਰਡਿੰਗਲੀ ਅਸੀਂ ਕਰਾਉਂਦੇ ਹੈਗੇ। ਇਹਦੇ ਨਾਲ ਜਿੱਦਾਂ ਮੈਂ ਦੱਸਿਆ ਕਿ ਇੱਕ ਸੈਪਰੇਟ ਡਿਪਾਰਟਮੈਂਟ ਹੈ ਜਿਹੜਾ ਅਲੋਂਗ ਵਿਦ ਅਕੈਡਮਿਕਸ, ਜਿਹੜੀ ਰੈਗੂਲਰ ਉਹਨਾਂ ਦੀ ਜਿਹੜੀ ਅਕੈਡਮਿਕਸ ਹੁੰਦੀ ਹੈ, ਉਹਦੇ ਨਾਲ ਜੋ ਐਪਟੀਟਿਊਡ, ਸੌਫਟ ਸਕਿੱਲਸ, ਕਮਿਊਨੀਕੇਸ਼ਨ ਸਕਿੱਲਸ, ਪਰਸਨੈਲਿਟੀ ਡਿਵੈਲਪਮੈਂਟ ਐਂਡ ਜਿਹੜੀ ਲੇਟੈਸਟ ਟੈਕਨੋਲੋਜੀ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਉਹ ਸਾਰੀ ਚੀਜ਼ਾਂ ਅਸੀਂ ਬੱਚਿਆਂ ਨੂੰ ਕਰਾਉਂਦੇ ਹਾਂ। ਅਲੋਂਗ ਵਿਦ ਦਿਸ ਬੱਚਿਆਂ ਨੂੰ ਉਹਨਾਂ ਕੰਪਨੀਜ਼ 'ਚ ਲੈ ਕੇ ਜਾਂਦੇ ਹਾਂ, ਇੰਡਸਟਰੀਅਲ ਵਿਜ਼ਿਟਸ ਕਰਾਉਂਦੇ ਹੈਗੇ ਆ, ਇੰਟਰਨਸ਼ਿਪਸ। ਪਿਛਲੇ ਸਾਲ 2000 ਤੋਂ ਉੱਪਰ ਬੱਚਾ ਇੰਡਸਟਰੀਅਲ ਇੰਟਰਨਸ਼ਿਪਸ 'ਚ ਗਿਆ, ਜਿਹਦੇ 'ਚ ਉਹਨਾਂ ਦੇ ਜਿਹੜੇ ਮੰਥਲੀ ਸਟਾਈਪੈਂਡਸ 10,000 ਤੋਂ ਸ਼ੁਰੂ ਹੋ ਕੇ 90,000 ਤੱਕ ਉਹਨਾਂ ਦੇ ਮੰਥਲੀ ਸਟਾਈਪੈਂਡਸ ਰਹੇ ਹੈਗੇ ਆ। ਅਸੀਂ ਇਹੋ ਜਿਹਾ ਕੋਈ ਡੋਮੇਨ ਛੱਡਿਆ ਨਹੀਂ ਹੈਗਾ, ਭਾਵੇਂ ਕੰਪਿਊਟਰ ਸਾਇੰਸ IT ਡੋਮੇਨ ਹੋਏ ਜਾਂ ਕੋਰ ਡੋਮੇਨਸ ਹੋਣ, ਜਿੱਦਾਂ ਇਲੈਕਟ੍ਰੋਨਿਕਸ, ਮਕੈਨੀਕਲ, ਸਿਵਲ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨਸ, ਡਿਜ਼ਾਈਨ, ਲਾਈਫ ਸਾਇੰਸਿਸ। ਹਰ ਡੋਮੇਨ 'ਚ ਇੱਕ ਬਹੁਤ ਸਟਰੋਂਗ ਇੰਡਸਟਰੀ ਕਨੈਕਟ ਹੈ ਐਂਡ ਟੌਪ ਪਲੇਸਮੈਂਟਸ ਸਾਡੀ ਹਰ ਬ੍ਰਾਂਚ, ਹਰ ਸਟਰੀਮ ਦੀ ਹੋ ਰਹੀ ਹੈ। ਯਾਨੀ ਕਿ ਬੱਚਿਆਂ ਦੇ ਇੰਟਰਸਟ ਦੇ ਹਿਸਾਬ ਨਾਲ ਬੱਚਿਆਂ ਨੂੰ ਗਾਈਡ ਕੀਤਾ ਜਾਂਦਾ। ਇੰਟਰਸਟ ਇੱਕ ਫੈਕਟਰ ਹੁੰਦਾ ਹੈ, ਕੈਪੇਬਿਲਿਟੀ ਇੱਕ ਦੂਸਰੀ ਚੀਜ਼ ਹੁੰਦੀ ਹੈ। ਅਤੇ ਅਸੀਂ ਇੰਟਰਸਟ ਐਂਡ ਕੈਪੇਬਿਲਿਟੀਜ਼ ਐਂਡ ਬਾਕੀ ਜਿਹੜੇ ਫੈਕਟਰਸ, ਉਹਨਾਂ ਦੇ ਰਿਸੋਰਸਿਸ ਜਿਹੜੇ ਫੈਕਟਰਸ ਹੈ, ਉਹ ਸਾਰਿਆਂ ਨੂੰ ਇਵੈਲੂਏਟ ਕਰਕੇ ਉਸ ਬੱਚੇ ਵਾਸਤੇ ਜੋ ਰਾਈਟ ਗਾਈਡੈਂਸ ਹੁੰਦੀ ਹੈ, ਅਸੀਂ ਉਹ ਦਿੰਦੇ। ਬਹੁਤ ਇੱਕ ਡਿਟੇਲਡ ਪ੍ਰੋਸੈਸ ਹੈ ਇਹ, ਇੰਨਾ ਸੌਖਾ ਪ੍ਰੋਸੈਸ ਨਹੀਂ ਹੈ ਕਿ ਤੁਸੀਂ 500,000 ਬੱਚਿਆਂ ਨੂੰ ਇੱਕ ਆਡੀਟੋਰੀਅਮ 'ਚ ਬੁਲਾ ਕੇ ਲੈਕਚਰ ਦੇਤਾ ਅਤੇ ਉਸ ਤੋਂ ਬਾਅਦ ਸਾਰਿਆਂ ਦਾ ਖਤਮ ਹੋ ਗਿਆ। ਇੱਕ ਬੱਚੇ ਨਾਲ ਇੰਡੀਵਿਜੂਅਲ ਕਰੀਅਰ ਮੈਪਿੰਗ ਹੁੰਦੀ ਹੈ, ਉਹਨਾਂ ਦਾ ਬੈਕਗਰਾਊਂਡ, ਉਹਨਾਂ ਦੇ ਇੰਟਰਸਟ, ਉਹਨਾਂ ਦੇ ਫਿਊਚਰ ਐਸਪੀਰੇਸ਼ਨਸ ਐਂਡ ਉਹਦੇ ਹਿਸਾਬ ਨਾਲ ਹਰ ਬੱਚੇ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਕਿਸ ਹਿਸਾਬ ਨਾਲ ਕਰੇ। ਕਈ ਬੱਚੇ ਐਂਟਰਪ੍ਰੈਨਿਓਰਸ਼ਿਪ 'ਚ ਜਾਣਾ ਚਾਹੁੰਦੇ, ਬਿਜ਼ਨਸ 'ਚ ਜਾਣਾ ਚਾਹੁੰਦੇ, ਬਟ ਉਹਨਾਂ ਕੋਲ ਰਿਸੋਰਸਿਸ ਨਹੀਂ ਹੁੰਦੇ, ਅਤੇ ਅਸੀਂ ਸੁਜੈਸਟ ਕਰਦੇ ਹਾਂ ਕਿ ਸਾਡੇ ਸਟਾਰਟਅਪ ਜਿਹੜਾ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਹੈਗਾ, ਇਹ ਜਿਹੜਾ ਬਿਜ਼ਨਸ ਇਨਕਿਊਬੇਟਰ ਹੈ, ਇਹਦੇ 'ਚੋਂ ਅਸੀਂ 120 ਤੋਂ ਜ਼ਿਆਦਾ
ਬਿਜ਼ਨਸ ਵੈਂਚਰਸ ਸਟਾਰਟਅਪਸ ਇੱਥੋਂ ਨਿਕਲ ਚੁੱਕੇ ਹੈ। ਤੁਸੀਂ ਇਹ ਸੋਚ ਲਓ ਕਿ ਇਸ ਚੰਡੀਗੜ੍ਹ ਯੂਨੀਵਰਸਿਟੀ ਚੋਂ 120 ਕੰਪਨੀਜ਼ ਬਣ ਕੇ ਨਿਕਲ ਚੁੱਕੀਆਂ ਹੈਗੀਆਂ ਤੇ ਉਹਦੇ 'ਚ ਕਿੰਨੇ ਬੱਚੇ ਕਿੰਨੇ ਬੱਚੇ ਉਹਦੇ 'ਚ ਇਨਵੋਲਵਡ ਹੈਗੇ, ਨੰਬਰ 1। ਨੰਬਰ 2, ਉਹਨਾਂ ਨੂੰ ਵੀ ਇਹ ਫਾਇਦਾ ਹੁੰਦਾ ਹੈ, ਉਹਨਾਂ ਦੀ ਇਹ ਚਾਹ ਹੁੰਦੀ ਹੈ ਉਸ ਐਂਟਰਪ੍ਰੈਨਿਓਰਸ ਦੀ ਕਿ ਜਦੋਂ ਉਹ ਆਪਣੀ ਕੰਪਨੀਜ਼ 'ਚ ਬੱਚੇ ਇੰਪਲੋਈਜ਼ ਜਦੋਂ ਹਾਇਰ ਕਰਨ, ਉਹ ਵੀ ਆਪਣੀ ਯੂਨੀਵਰਸਿਟੀ ਦੇ ਹੋਣ ਤੇ ਆਪਣੇ ਆਪ 'ਚ ਇਹ ਪੂਰਾ ਈਕੋਸਿਸਟਮ ਨੂੰ ਹੀ ਗਰੋ ਕਰਦਾ ਹੈਗਾ। ਬਿਲਕੁਲ, ਯਾਨੀ ਕਿ ਚਾਹੇ ਬੱਚੇ ਨੇ ਆਪਣਾ ਬਿਜ਼ਨਸ ਕਰਨਾ ਹੈ ਤੇ ਚਾਹੇ ਉਸਨੇ ਜੌਬ ਕਰਨੀ ਹੈ, ਯੂਨੀਵਰਸਿਟੀ ਉਸ ਨੂੰ ਬੱਚੇ ਨੂੰ ਪ੍ਰੋਪਰ ਪ੍ਰਿਪੇਅਰ ਕਰ ਦਿੰਦੀ ਹੈ। 100% ਸਪੈਸ਼ਲਾਈਜ਼ਡ ਕਲਾਸਿਸ ਹੁੰਦੀ ਹੈ, ਜਿੱਦਾਂ ਮੈਂ ਕਿਹਾ ਸਿਵਲ ਸਰਵਿਸਿਜ਼ ਦੇ, ਡਿਫੈਂਸ ਸਰਵਿਸਿਜ਼ ਦੇ, ਬੈਂਕਿੰਗ ਸੈਕਟਰ 'ਚ ਜਿਹੜੇ ਬੱਚੇ ਜਾਣਾ ਚਾਹੁੰਦੇ ਹੈਗੇ ਆ, ਬਾਕੀ ਜਿਹੜੇ ਪਬਲਿਕ ਸਰਵਿਸਿਜ਼ ਵਾਸਤੇ ਗੇਟ ਹੋ ਗਿਆ, ਜੀਮੈਟ ਹੋ ਗਿਆ, ਕਈ ਬੱਚੇ ਹਾਇਰ ਐਜੂਕੇਸ਼ਨ ਵਾਸਤੇ ਅਬਰੋਡ ਜਾਣਾ ਚਾਹੁੰਦੇ ਹੈਗੇ ਤੇ GRE ਦੀ ਪ੍ਰੈਪਰੇਸ਼ਨ ਹੁੰਦੀ ਹੈ। ਇਹਨਾਂ ਸਾਰੀ ਚੀਜ਼ਾਂ ਦੀ ਸੈਪਰੇਟ ਬੈਚਸ ਹੈ, ਪੈਰਲਲ ਕਲਾਸਿਸ ਦੇ ਇਹਨਾਂ ਦੇ ਅਕੈਡਮਿਕਸ ਦੇ ਨਾਲ ਇਹਨਾਂ ਦੀ ਟ੍ਰੇਨਿੰਗ ਕਰਦੇ ਆ। ਇੱਕ ਬੱਚਾ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਆ ਜਾਂਦਾ, ਉਹਨੂੰ ਹੋਰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੁੰਦੀ। ਸਰ, ਤੁਸੀਂ ਵੀ ਜ਼ਿਕਰ ਕੀਤਾ ਵੀ 10,000 ਤੋਂ ਲੈ ਕੇ 90,000 ਤੱਕ ਉਸ ਕੰਪਨੀ ਦੇ ਵਿੱਚ ਜੌਬ ਕੀਤੇ ਬੱਚੇ ਸਾਡੇ ਇਹ ਸਟਾਈਪੈਂਡ, ਮੈਂ ਸਟਾਈਪੈਂਡ ਦੀ ਗੱਲ ਕਰ ਰਿਹਾ। ਇੰਟਰਨਸ਼ਿਪ ਦੇ ਵਿੱਚ ਬੱਚੇ ਇੰਨਾ ਇਨਕਮ ਆਪਣੀ ਕਰ ਰਹੇ ਨੇ ਤੇ ਜੇ ਆਪਾਂ ਯੂਨੀਵਰਸਿਟੀ ਦੇ ਹਾਈਐਸਟ ਪੈਕੇਜ ਦੀ ਗੱਲ ਕਰੀਏ ਤਾਂ ਹੁਣ ਤੱਕ ਹਾਈਐਸਟ ਪੈਕੇਜ ਕੀ ਰਿਹਾ? ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਮਾਣ ਹੈ ਸਾਡੇ ਸਟੂਡੈਂਟਸ ਤੇ, ਸਾਡੇ ਫੈਕਲਟੀਜ਼ ਤੇ, ਸਾਡੇ ਮੈਨੇਜਮੈਂਟ ਤੇ ਕਿ ਇਹ ਪਲੇਟਫਾਰਮ ਇਹੋ ਜਿਹਾ ਕ੍ਰੀਏਟ ਕੀਤਾ ਜਿਹਦੇ 'ਚ ਬੱਚਿਆਂ ਨੂੰ ਖੁੱਲ੍ਹ ਕੇ ਆਪਣਾ ਫਿਊਚਰ ਬਣਾਉਣ ਦਾ ਮੌਕਾ ਮਿਲਦਾ ਹੈ ਤੇ ਇਸ ਗੱਲ 'ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਬੈਚ ਦੇ ਬੱਚੇ ਨੂੰ ਇੰਟਰਨੈਸ਼ਨਲ ਪਲੇਸਮੈਂਟ ਜਿਹੜੀ ਐਤਕੀ ਮਿਲੀ ਹੈ 1.74 ਕਰੋੜਸ ਦੀ, $2.25 ਲੱਖ ਦੀ ਐਨੂਅਲ ਪੈਕੇਜ 'ਚ ਬੱਚਾ ਪਲੇਸ ਹੋਇਆ ਹੈ ਕੰਪਿਊਟਰ ਸਾਇੰਸ ਡੋਮੇਨ ਦਾ। ਜੇ ਆਪਾਂ MBA ਸੈਕਟਰ ਦੀ ਗੱਲ ਕਰੀਏ ਤੇ ਐਮਾਜ਼ੋਨ ਨੇ ਜਿਹੜੀ ਹਾਇਰਿੰਗ ਕੀਤੀ ਹੈ 28 ਲੱਖ ਪਰ ਐਨਮ ਪੈਕੇਜ 'ਚ ਬੱਚੇ ਜਿਹੜੇ ਕੰਪਨੀ ਨੇ ਬੱਚਿਆਂ ਨੂੰ ਹਾਇਰ ਕੀਤਾ ਹੈਗਾ। ਸਿਮਿਲਰਲੀ ਬਾਕੀ ਡੋਮੇਨਸ 'ਚ ਵੀ ਬਹੁਤ ਹਾਈ ਪੈਕੇਜਸ 'ਚ ਸਾਡੀ ਐਵਰੇਜ ਪੈਕੇਜ 8 ਲੱਖ ਤੋਂ ਅਬਵ ਹੈਗਾ, ਰਾਈਟ। ਸਿੰਸ ਪਲੇਸਮੈਂਟਸ ਹਾਲੇ ਚੱਲ ਰਹੀਆਂ ਹੈ ਕਿ ਐਗਜ਼ੈਕਟ ਫਿਗਰ ਮੈਂ ਤੁਹਾਨੂੰ ਹੁਣੇ ਇਸ ਵੇਲੇ ਨਹੀਂ ਦੇ ਸਕਦਾ। 8 ਲੱਖ ਦੇ ਅਬਵ ਸਾਡਾ ਐਵਰੇਜ ਪੈਕੇਜ ਹੈਗਾ ਐਂਡ ਪੈਕੇਜ ਦੀ ਰੇਂਜ ਸਟਾਰਟਸ ਫਰੋਮ 4 ਲੱਖ ਤੋਂ ਲੈ ਕੇ 400 ਤੋਂ ਉੱਪਰ ਕੰਪਨੀਜ਼ ਹੈਗੀਆਂ ਜਿਹੜੇ 5 ਲੱਖ ਐਂਡ ਅਬਵ ਪੈਕੇजेस ਆਫਰ ਕਰਦੀਆਂ ਹੈਗੀਆਂ, ਠੀਕ ਹੈ ਜੀ। 50 ਪਲੱਸ ਕੰਪਨੀਜ਼ ਹੈਗੀਆਂ ਜਿਹੜੀ 20 ਲੱਖ ਐਂਡ ਅਬਵ ਪੈਕੇजेस ਆਫਰ ਕਰਦੀਆਂ ਹੈਗੀਆਂ ਤੇ ਇਸ ਹਿਸਾਬ ਨਾਲ ਤੁਸੀਂ ਸੋਚ ਲਓ ਕਿ ਜਿਹੜੇ ਬੱਚੇ 10,000 ਬੱਚਾ ਸਾਡਾ ਪਲੇਸ ਹੋਇਆ ਹੈਗਾ ਇਸ ਰੇਂਜ 'ਚ ਐਜ਼ ਪਰ ਕੈਪੇਬਿਲਿਟੀ, ਐਜ਼ ਪਰ ਦੇਅਰ ਪ੍ਰੈਪਰੇਸ਼ਨ। ਬਟ ਯੈਸ, ਆਉਣ ਵਾਲੇ ਟਾਈਮ 'ਚ ਹਰ ਸਾਲ ਸਾਡਾ ਹਾਈਐਸਟ ਪੈਕੇਜ ਗਰੋ ਕਰ ਰਿਹਾ ਹੈਗਾ ਐਂਡ ਆਉਣ ਵਾਲੇ ਟਾਈਮ 'ਚ ਅਸੀਂ ਆਈ ਐਮ ਸ਼ੋਰ ਵੀ ਵਿਲ ਬੀ ਏਬਲ ਟੂ ਮੀਟ ਅਪ ਵਿਦ ਦ ਐਕਸਪੈਕਟੇਸ਼ਨਸ ਆਫ all the leading institutions, top institutions of the country and the world. ਜੀ ਬਿਲਕੁਲ ਸਰ, ਡਿਜੀਟਲ ਜ਼ਮਾਨਾ ਚੱਲ ਰਿਹਾ, ਜੋ ਚੀਜ਼ ਅੱਜ ਹੈ ਉਹ ਸਾਨੂੰ ਕੱਲ੍ਹ ਨੂੰ ਵੇਖਣ ਨੂੰ ਨਹੀਂ ਮਿਲਦੀ, ਕੁਝ ਨਵਾਂ ਨਿਕਲ ਕੇ ਕੱਲ੍ਹ ਨੂੰ ਸਾਹਮਣੇ ਆਉਂਦਾ ਹੈ ਤਾਂ ਯੂਨੀਵਰਸਿਟੀ ਦੇ ਲਈ ਇਹ ਵੀ ਇੱਕ ਚੈਲੰਜ ਬਣ ਜਾਂਦਾ ਹੈ ਵੀ ਡਿਜੀਟਲ ਜ਼ਮਾਨੇ ਦੇ ਵਿੱਚ ਹਰ ਦਿਨ ਕੁਝ ਨਾ ਕੁਝ ਬਦਲਦਾ ਹੈ ਤਾਂ ਇਸ ਸਿਚੁਏਸ਼ਨ ਦੇ ਵਿੱਚ ਯੂਨੀਵਰਸਿਟੀ ਕਿਸ ਤਰ੍ਹਾਂ ਟੈਕਲ ਕਰਦੀ ਹੈ ਤੇ ਬੱਚੇ ਨੂੰ ਕਿਸ ਤਰ੍ਹਾਂ ਪ੍ਰਿਪੇਅਰ ਕਰਦੀ ਹੈ? ਸਭ ਤੋਂ ਵੱਡਾ ਐਗਜ਼ਾਮਪਲ ਤੇ ਕੋਵਿਡ ਪੈਂਡੇਮਿਕ ਹੀ ਰਿਹਾ ਹੈਗਾ ਤੇ ਜਦੋਂ ਅਕੈਡਮੀਆਂ ਜਿਹੜੀ ਹੈਗੀ, ਇੰਸਟੀਟਿਊਸ਼ਨਸ ਜਿਹੜੇ ਹੈਗੇ ਜਾਂ ਬਹੁਤ ਸਾਰੇ ਆਰਗੇਨਾਈਜੇਸ਼ਨਸ ਹੈ, ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਕਿ ਕਰਨਾ ਕੀ ਹੈ, ਹੋਣਾ ਕੀ ਹੈ, ਅਸੀਂ ਜਿੱਥੇ ਤੱਕ ਮੈਨੂੰ ਯਾਦ ਹੈ ਆਈ ਥਿੰਕ ਹਫਤੇ ਦੇ ਅੰਦਰ ਹਫਤਾ 10 ਦਿਨ ਦੇ ਅੰਦਰ ਅਸੀਂ ਸਾਰੇ ਆਪਣੇ ਸਿਸਟਮਸ ਨੂੰ ਸੈੱਟ ਕਰ ਲਿਆ ਸੀਗਾ। ਸਾਰੇ ਬੈਚਸ ਆਫਲਾਈਨ ਤੋਂ ਆਨਲਾਈਨ ਕਨਵਰਟ ਹੋ ਗਏ ਸੀਗੇ।